ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਜੀ ਦੀ ਲਿਖੀ ਹੋਈ ਕਹਾਣੀ ਮਨੁੱਖੀ ਬੰਮ। ਮੈਂ ਰਜਾਈ ਮੂੰਹ ਉੱਪਰ ਲੈ ਕੇ ਸੌਣ ਹੀ ਲੱਗਿਆ ਸਾਂ ਕਿ ਦਰਵਾਜ਼ੇ ਉੱਪਰ ਖੜਖੜ ਹੋਈ। ਪਹਿਲਾਂ ਤਾਂ ਲੱਗਿਆ ਪਈ ਇਹ ਮੇਰਾ ਭੁਲੇਖਾ ਹੀ ਹੈ। ਰਾਤ ਅੱਧੀ ਹੋਣ ਨੂੰ ਆਈ ਸੀ। ਜਿਸ ਖਿੱਤੇ ਵਿੱਚ ਮੈਂ ਰਹਿੰਦਾ ਸਾਂ ਹਾਲਾਤ ਖਰਾਬ ਸਨ। ਗੜਬੜ ਵਾਲਾ ਇਲਾਕਾ ਕਰਾਰ ਦਿੱਤਾ ਜਾ ਚੁੱਕਿਆ ਸੀ। ਇਸ ਵੇਲੇ ਕੌਣ ਹੋ ਸਕਦਾ ਹੈ? ਜੇ ਇਸ ਵੇਲੇ ਕੋਈ ਓਪਰਾ ਬੰਦਾ ਜਾਂ ਨਾਮ ਨਿਹਾਦ ਜਹਾਦੀ ਹੋਇਆ ਤਾਂ ਮੇਰਾ ਕੀ ਬਣੇਗਾ? ਅੱਜ ਸਵੇਰੇ ਹੀ ਅਖਬਾਰਾਂ ਵਿੱਚ ਖਬਰਾਂ ਛਪੀਆਂ ਸਨ। ਲਾਗਲੇ ਸ਼ਹਿਰ ਵਿੱਚ ਘੱਟ ਗਿਣਤੀ ਨਾਲ ਸੰਬੰਧਿਤ ਇੱਕੋ ਹੀ ਫਿਰਕੇ ਦੇ 25 ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਅਤੇ ਕਾਤਲ ਹਨੇਰੇ ਦਾ ਫਾਇਦਾ ਉਠਾਉਂਦਿਆਂ ਫਰਾਰ ਹੋ ਗਏ ਸਨ। ਭਾਵੇਂ ਇਸ ਘਟਨਾ ਦੀ ਕਿਸੇ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਸੀ, ਪਰ ਸਭ ਜਾਣਦੇ ਸਨ ਭਈ ਇਸ ਕਾਰੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ। ਅਖਬਾਰਾਂ ਵਿੱਚ ਸਾਕ ਸੰਬੰਧੀਆਂ ਅਤੇ ਖਾਸ ਕਰਕੇ ਔਰਤਾਂ ਦੇ ਵਿਰਲਾਪ ਕਰਨ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ। ਮੈਂ ਡਰ ਜਿਹਾ ਗਿਆ। ਇਸ ਵੇਲੇ ਦਰਵਾਜ਼ਾ ਖੋਲ੍ਹਣਾ ਠੀਕ ਰਹੇਗਾ ਜਾਂ ਨਹੀਂ, ਮੈਂ ਫੈਸਲਾ ਨਹੀਂ ਕਰ ਸਕਦਾ ਸਾਂ। ਸੋਚਿਆ ਚਲੋ ਕੇਸਲ ਮਾਰ ਕੇ ਪਏ ਰਹੋ। ਜੇ ਕੋਈ ਐਰ ਗੈਰ ਹੋਇਆ ਤਾਂ ਐਵੇਂ ਹੀ ਜਾਨ ਜਾਂਦੀ ਹੋ ਜਾਵੇਗੀ। ਨਾਲੇ ਇੱਧਰ ਇਕੱਲਿਆਂ ਰਹਿਣ ਕਰਕੇ ਮੈਨੂੰ ਰਾਤ ਨੂੰ ਸ਼ਰਾਬ ਪੀਣ ਦੀ ਲੱਤ ਵੀ ਲੱਗ ਚੁੱਕੀ ਸੀ ਅਤੇ ਅੱਜ ਤਾਂ ਮੈਂ 1-2 ਪੈਗ ਵੱਧ ਹੀ ਪੀ ਲਏ ਸਨ। ਜਿਸ ਇਲਾਕੇ ਵਿੱਚ ਸ਼ਰਾਬ ਨੂੰ ਕੁਫਰ ਸਮਝਿਆ ਜਾਂਦਾ ਹੋਵੇ, ਉੱਥੇ ਕਿਸੇ ਵਿਅਕਤੀ ਅਤੇ ਖਾਸ ਕਰਕੇ ਅਧਿਆਪਕ ਦਾ ਸ਼ਰਾਬ ਪੀਣਾ ਤਾਂ ਹੋਰ ਵੀ ਮਾੜਾ ਸਮਝਿਆ ਜਾਂਦਾ ਹੋਵੇਗਾ। ਅਜਿਹੀ ਹਾਲਤ ਵਿੱਚ ਬੂਹਾ ਬੰਦ ਹੀ ਚੰਗਾ ਰਹੇਗਾ। ਪਰ ਦਰਵਾਜ਼ੇ ਉੱਪਰ ਖੜਾਕ ਲਗਾਤਾਰ ਤੇਜ਼ ਹੁੰਦੀ ਜਾ ਰਹੀ ਸੀ। ਮੈਂ ਮਹਿਸੂਸ ਕੀਤਾ ਭਈ ਬਾਹਰ ਸ਼ਾਇਦ ਬਰਸਾਤ ਵੀ ਸ਼ੁਰੂ ਹੋ ਚੁੱਕੀ ਹੈ। ਕਿਣਮਿਣ ਤਾਂ ਕਾਫੀ ਦਿਨ ਢਲਿਆਂ ਹੀ ਸ਼ੁਰੂ ਹੋ ਗਈ ਸੀ। ਹੁਣ ਬਾਰਿਸ਼ ਆਪਣੇ ਪੂਰੇ ਜ਼ੋਰ ਵਿਖਾ ਰਹੀ ਹੋਵੇਗੀ। ਫਿਰ ਪਹਾੜੀ ਬਰਸਾਤ ਦਾ ਤਾਂ ਕੋਈ ਭਰੋਸਾ ਵੀ ਨਹੀਂ ਹੁੰਦਾ, ਇੱਕਦਮ ਝੱਖੜ ਵਾਂਗ ਸ਼ੁਰੂ ਹੋ ਜਾਂਦੀ ਹੈ। ਅਤੇ ਜੇ ਇਸ ਵੇਲੇ ਕੋਈ ਦਰਵਾਜ਼ਾ ਖੜਕਾ ਰਿਹਾ ਹੈ ਤਾਂ ਜ਼ਰੂਰ ਕੋਈ ਲੋੜਵੰਦ ਹੀ ਹੋਵੇਗਾ ਅਤੇ ਲੋੜਵੰਦ ਦੀ ਮਦਦ ਕਰਨਾ ਸੁਭਾਅ ਦਾ ਕੰਮ ਹੀ ਹੁੰਦਾ ਹੈ। ਮੈਂ ਜੇਰਾ ਕਰਕੇ ਉੱਠ ਖਲੋਂਦਾ ਹਾਂ। ਕੁੰਡਾ ਖੋਲ੍ਹਦਿਆਂ ਆਪਣੇ ਇਸ਼ਟ ਨੂੰ ਧਿਆਉਂਦਾ ਹਾਂ, ਹੇ ਰੱਬਾ, ਵਾਹਿਗੁਰੂ ਵਾਹਿਗੁਰੂ ਖੈਰ ਕਰੀਂ। ਇੱਕ ਵਾਰ ਤਾਂ ਮੈਨੂੰ ਆਪਣੇ ਉੱਪਰ ਹੈਰਾਨੀ ਵੀ ਹੁੰਦੀ ਹੈ ਭਈ ਇੱਕ ਨਾਸਤਿਕ ਬੰਦਾ ਕਿਵੇਂ ਰੱਬ ਵਾਹਿਗੁਰੂ ਨੂੰ ਯਾਦ ਕਰਨ ਲੱਗ ਪੈਂਦਾ ਹੈ। ਦਰਵਾਜ਼ੇ ਉੱਪਰ ਖੜਾਕ ਹੋਰ ਜ਼ੋਰ ਦੀ ਹੋ ਰਹੀ ਹੈ। ਕੋਈ ਦਰਵਾਜ਼ਾ ਖੜਕਾਉਣ ਦੇ ਨਾਲ ਨਾਲ ਦਰਵਾਜ਼ੇ ਨੂੰ ਅੰਦਰ ਨੂੰ ਧੱਕ ਵੀ ਰਿਹਾ ਹੈ ਅਤੇ ਜਿਸ ਨਾਲ ਦਰਵਾਜ਼ਾ ਖੋਲ੍ਹਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਓਏ ਥੋੜ੍ਹਾ ਠਹਿਰੋ, ਮੈਂ ਖੋਲ੍ਹ ਰਿਹਾ ਹਾਂ, ਕਹਿ ਕੇ ਮੈਂ ਪਹਿਲਾਂ ਕੁੰਡਾ ਖੋਲ੍ਹਦਾ ਹਾਂ ਅਤੇ ਫਿਰ ਝਟਕਣੀ। ਹਨੇਰੇ ਜਿਹੇ ਵਿੱਚ ਕੋਈ ਔਰਤ ਜਿਹੀ ਜਾਪਦੀ ਹੈ। ਪਹਿਲਾਂ ਤਾਂ ਲੱਗਦਾ ਭਈ ਇਹ ਮੇਰਾ ਭੁਲੇਖਾ ਹੀ ਹੈ। ਇਸ ਵੇਲੇ ਇੱਥੇ ਇਕੱਲੀ ਕਾਰੀ ਔਰਤ ਦਾ ਕੀ ਕੰਮ? ਕਿਤੇ ਕੋਈ ਸਾਜ਼ਿਸ਼ ਤਾਂ ਨਹੀਂ? ਅੱਜ ਕੱਲ੍ਹ ਇਸ ਇਲਾਕੇ ਵਿੱਚ ਸੈਕਸ ਸਕੈਂਡਲਾਂ ਦਾ ਬਾਜ਼ਾਰ ਵੀ ਬਹੁਤ ਗਰਮ ਹੈ। ਅਸਮਾਨ 'ਤੇ ਬਿਜਲੀ ਇੱਕਦਮ ਲਿਸ਼ਕ ਪੈਂਦੀ ਹੈ। ਮੈਂ ਵੇਖਦਾ ਹਾਂ ਕਾਲੇ ਬੁਰਕੇ ਦੇ ਵਿੱਚ ਲਿਪਟੀ ਹੋਈ ਉਹ ਮੇਰੇ ਸਾਹਮਣੇ ਖੜੀ ਸੀ। ਮੀਂਹ ਦੇ ਪਾਣੀ ਨਾਲ ਕੱਪੜੇ ਪਹਿਲਾਂ ਹੀ ਭਿੱਜ ਚੁੱਕੇ ਸਨ। ਬੁਰਕੇ ਦਾ ਨਕਾਬ ਚੁੱਕ ਕੇ ਉਸਨੇ ਮੇਰੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ। ਉਸ ਦੀਆਂ ਨਜ਼ਰਾਂ ਮੈਨੂੰ ਇੰਝ ਕਹਿੰਦੀਆਂ ਜਾਪੀਆਂ ਕਿ ਅੰਦਰ ਆਉਣ ਲਈ ਨਹੀਂ ਕਹੋਗੇ। ਉਹ ਮੇਰੇ ਸਾਹਮਣੇ ਇੰਝ ਖੜੀ ਸੀ ਜਿਵੇਂ ਕਿਸੇ ਉੱਚ ਦੇ ਪੀਰ ਦੀ ਦਰਗਾਹ 'ਤੇ ਖੜ੍ਹ ਕੇ ਇਬਾਦਤ ਕਰ ਰਹੀ ਹੋਵੇ। ਇੱਕ ਅਜਿਹੀ ਸਥਿਤੀ ਸੀ ਜਿਸ ਵਿੱਚ ਕੋਈ ਵੀ ਆਦਮੀ ਪਿਘਲ ਸਕਦਾ ਸੀ। ਮੈਂ ਉਸ ਨੂੰ ਅੰਦਰ ਆ ਜਾਣ ਲਈ ਕਹਿੰਦਾ ਹਾਂ। ਕਮਰੇ ਅੰਦਰ ਆਉਣ ਲੱਗਿਆਂ ਉਹ ਜੁੱਤੀ ਉਤਾਰਦੀ ਅਤੇ ਮੂਧੇ ਕਰਕੇ ਉਸ ਦੇ ਅੰਦਰਲੇ ਪਾਣੀ ਨੂੰ ਬਾਹਰ ਕੱਢਦੀ ਹੈ। ਜੁੱਤੀ ਉਤਾਰਨ ਦੀ ਲੋੜ ਨਹੀਂ, ਪਹਿਨ ਲਵੋ, ਅੰਦਰ ਆ ਜਾਓ, ਮੇਰੇ ਅੰਦਰੋਂ ਪਤਾ ਨਹੀਂ ਕੌਣ ਕਹਿੰਦਾ ਹੈ। ਪਰ ਉਹ ਜੁੱਤੀਆਂ ਉਤਾਰ ਕੇ ਅੰਦਰ ਆਉਂਦੀ ਹੈ। ਮੈਂ ਕਮਰੇ ਦੀ ਲਾਈਟ ਜਗਾ ਦਿੰਦਾ ਹਾਂ। ਉਸ ਨੂੰ ਸੋਫੇ ਉੱਪਰ ਬੈਠਣ ਦਾ ਇਸ਼ਾਰਾ ਕਰਦਾ ਹਾਂ। ਸੋਫੇ ਉੱਪਰ ਉਹ ਬੜੇ ਹੀ ਸਲੀਕੇ ਨਾਲ ਬੈਠ ਜਾਂਦੀ ਹੈ, ਪਰ ਜਾਪਦਾ ਹੈ ਭਈ ਉਹ ਬੈਠੇ ਬੈਠੇ ਥੋੜ੍ਹੀ ਕੋਫਤ ਜਿਹੀ ਮਹਿਸੂਸ ਕਰ ਰਹੀ ਹੈ। ਮੈਂ ਵੇਖਦਾ ਹਾਂ ਉਹ ਅੱਧਖੜ ਜਿਹੀ ਤਾਂ ਹੈ, ਪਰ ਨੈਣ ਨਕਸ਼ ਬੜੇ ਤਿੱਖੇ ਅਤੇ ਸੋਹਣੇ ਹਨ। ਗੋਰਾ ਰੰਗ, ਕਾਲੀਆਂ ਡੂੰਘੀਆਂ ਨਜ਼ਰਾਂ, ਗੋਰੀਆਂ ਗੱਲਾਂ ਤੋਂ ਭਖਦੀ ਲਾਲੀ, ਗੁੰਦਵਾਂ ਅਤੇ ਖਿੱਚਵਾਂ ਸਰੀਰ। ਇਸ ਵੇਲੇ ਉਹ ਮੈਨੂੰ ਅਸਮਾਨ ਤੋਂ ਉਤਰੀ ਪਰੀ ਜਾਤ ਜਾਪ ਰਹੀ ਹੈ। ਪਰ ਇੰਨਾ ਕੁਝ ਹੁੰਦੇ ਹੋਏ ਵੀ ਉਹ ਮੈਨੂੰ ਕੁਝ ਉਦਾਸ ਉਦਾਸ ਜਿਹੀ ਵੀ ਲੱਗ ਰਹੀ ਸੀ। ਆਪ इत्मीनान से बैठें, मैं आखदा हाँ, और बताएं आपके लिए क्या कर सकता हूँ।
ਮੇਰੇ ਇਸ ਤਰ੍ਹਾਂ ਦੀ ਹਿੰਦੀ ਉਰਦੂ ਰਲੀ ਮਿਲੀ ਭਾਸ਼ਾ ਬੋਲਣ 'ਤੇ ਉਹ ਇੱਕ ਵਾਰ ਸਿਰ ਚੁੱਕ ਕੇ ਵੇਖਦੀ ਹੈ ਅਤੇ ਫਿਰ ਨੀਵੀਂ ਜਿਹੀ ਪਾ ਲੈਂਦੀ ਹੈ। ਮੈਂ ਵੇਖਦਾ ਹਾਂ ਉਹ ਮੇਰੇ ਸਾਹਮਣੇ ਨੀਵੀਂ ਜਿਹੀ ਪਾਈ ਲੱਤ ਉੱਪਰ ਲੱਤ ਧਰ ਕੇ ਬੈਠੀ ਹੈ। ਸੁਬਕ ਜਿਹੀ ਬੈਠੀ ਉਹ ਇਸ ਵੇਲੇ ਕਿਸੇ ਸੰਗਮਰਮਰ ਦੀ ਮੂਰਤ ਲੱਗਦੀ ਸੀ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਮੈਂ ਉੱਠ ਕੇ ਅੰਦਰ ਚਲਿਆ ਜਾਂਦਾ ਹਾਂ, ਇਹ ਸੋਚ ਕੇ ਭਈ ਸ਼ਾਇਦ ਮੇਰੇ ਇੱਦਾਂ ਜਾਣ ਨਾਲ ਕੋਈ ਸੌਖ ਮਹਿਸੂਸ ਕਰੇ, ਆਰਾਮ ਨਾਲ ਬੈਠ ਜਾਵੇ ਅਤੇ ਕੋਈ ਸੁੱਖ ਦਾ ਸਾਹ ਲੈ ਸਕੇ। ਮੈਂ ਸਿੱਧਾ ਰਸੋਈ ਵਿੱਚ ਜਾਂਦਾ ਹਾਂ, ਵੇਖਦਾ ਹਾਂ ਸ਼ਰਾਬ ਦੀ ਬੋਤਲ ਅੱਧੇ ਤੋਂ ਵੀ ਘੱਟ ਰਹਿ ਗਈ ਸੀ। ਕਿ ਮੈਂ ਇੰਨੀ ਪੀ ਗਿਆ ਸਾਂ? ਪਤਾ ਨਹੀਂ ਕਿਸ ਡਰ ਦੇ ਮਾਰੇ ਮੈਂ ਬੋਤਲ ਚੁੱਕ ਕੇ ਪੜਛੱਤੀ ਉੱਪਰ ਲੁਕੋ ਦਿੰਦਾ ਹਾਂ। ਜੂਠੇ ਭਾਂਡੇ ਜਿਹੜੇ ਪਹਿਲਾਂ ਹੀ ਇੱਧਰ ਉੱਧਰ ਖਿੰਡਰੇ ਪਏ ਸਨ ਚੁੱਕ ਕੇ ਸ਼ੈਂਕ ਵਿੱਚ ਰੱਖ ਦਿੰਦਾ ਹਾਂ। ਦੁੱਧ ਗਰਮ ਕਰਕੇ ਗਲਾਸ ਵਿੱਚ ਪਾਉਂਦਾ ਹਾਂ ਅਤੇ ਕੁਝ ਬਿਸਕੁਟ ਪਲੇਟ ਵਿੱਚ ਰੱਖ ਕੇ ਉਸ ਕੋਲ ਆ ਜਾਂਦਾ ਹਾਂ। लीजिए खाइए और किसी चीज़ की ज़रूरत हो तो किचन में चले जाइए। ਦੁੱਧ ਅਤੇ ਬਿਸਕੁਟ ਉਸ ਦੇ ਸਾਹਮਣੇ ਮੇਜ਼ 'ਤੇ ਰੱਖਦਿਆਂ ਮੈਂ ਆਖਦਾ ਹਾਂ। ਮੇਰਾ ਇੰਨਾ ਕਹਿਣ 'ਤੇ ਉਹ ਇੱਕ ਵਾਰ ਫਿਰ ਸਿਰ ਚੁੱਕ ਕੇ ਮੇਰੇ ਵੱਲ ਦੇਖਦੀ ਹੈ ਅਤੇ ਤਕੱਲਫ ਜਿਹੇ ਨਾਲ ਪਲੇਟ ਵਿੱਚੋਂ ਇੱਕ ਬਿਸਕੁਟ ਚੁੱਕ ਲੈਂਦੀ ਹੈ। ਜਦੋਂ ਉਹ ਬਿਸਕੁਟ ਭੋਰ ਭੋਰ ਕੇ ਖਾ ਰਹੀ ਹੁੰਦੀ ਹੈ ਤਾਂ ਮੈਂ ਵੇਖਦਾ ਹਾਂ ਸੋਫੇ 'ਤੇ ਉਸਦੇ ਕੋਲ ਇੱਕ ਪਿਸਤੌਲ ਵੀ ਪਿਆ ਸੀ। ਪਿਸਤੌਲ ਵੇਖ ਕੇ ਤਾਂ ਮੇਰਾ ਉੱਪਰਲਾ ਸਾਹ ਉੱਪਰ ਅਤੇ ਥੱਲੜਾ ਥੱਲੇ ਹੀ ਰਹਿ ਗਿਆ ਸੀ। ਪਿਸਤੌਲ ਵੇਖ ਕੇ ਹੀ ਮੇਰੇ ਯਾਦ ਆਇਆ ਭਈ ਜਦੋਂ ਮੈਂ ਰਸੋਈ ਵਿੱਚ ਗਿਆ ਸਾਂ ਤਾਂ ਇੱਕਦਮ ਪੋਲੇ ਜਿਹੇ ਉੱਠ ਕੇ ਉਹ ਮੇਰੇ ਪਿੱਛੇ ਗਈ ਸੀ, ਸ਼ਾਇਦ ਇਹ ਵੇਖਣ ਕਿ ਮੈਂ ਕੀ ਕਰ ਰਿਹਾ। ਫਿਰ ਪਿਸਤੌਲ ਅਤੇ ਕੜਿੱਕ ਕੜਿੱਕ ਕਰਕੇ ਗੋਲੀਆਂ ਭਰਨ ਦੀ ਆਵਾਜ਼ ਆਈ ਸੀ। ਇਸ 'ਤੇ ਮੈਂ ਸੋਚਿਆ ਭਈ ਅੱਜ ਖੈਰ ਨਹੀਂ। ਪਹਿਲਾਂ ਉਹ ਕੋਫਤ ਜਿਹੀ ਮਹਿਸੂਸ ਕਰ ਰਹੀ ਸੀ, ਪਰ ਹੁਣ ਉਹ ਪੂਰੇ ਆਤਮ ਵਿਸ਼ਵਾਸ ਨਾਲ ਬੈਠੀ ਸੀ ਅਤੇ ਮੈਂ ਆਪਣੇ ਆਪ ਨੂੰ ਕੁੜਕੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਸਾਂ। ਹੁਣ ਤਾਂ ਉਹ ਮੈਨੂੰ ਤਿੱਖੇ ਨੈਣ ਨਕਸ਼ਾਂ ਵਾਲੀ ਗੋਰੀ ਅਤੇ ਸੋਹਣੀ, ਕਾਲੀਆਂ ਅਤੇ ਡੂੰਘੀਆਂ ਨਜ਼ਰਾਂ ਵਾਲੀ, ਗੋਰੀਆਂ ਗੱਲਾਂ ਅਤੇ ਪੱਕਦੀ ਲਾਲੀ ਵਾਲੀ, ਗੁੰਦਵੇਂ ਅਤੇ ਖਿੱਚਵੇਂ ਸਰੀਰ ਵਾਲੀ ਸੰਗਮਰਮਰ ਦੀ ਮੂਰਤੀ ਨਾ ਜਾਪ ਕੇ ਖੂੰਖਾਰ, ਬੇਰਹਿਮ ਅਤੇ ਜ਼ਾਲਮ ਜਿਹੀ ਲੱਗਣ ਲੱਗ ਪਈ ਸੀ। ਮੈਂ ਆਪਣੀ ਗਲਤੀ ਉੱਪਰ ਪਛਤਾ ਰਿਹਾ ਸਾਂ। ਨਸ਼ਾ ਤਾਂ ਸਾਰੇ ਦਾ ਸਾਰਾ ਪਹਿਲਾਂ ਹੀ ਕਾਫੂਰ ਹੋ ਚੁੱਕਿਆ ਸੀ। ਆਖਰ ਮੈਂ ਦਰਵਾਜ਼ਾ ਖੋਲ੍ਹਿਆ ਹੀ ਕਿਉਂ? ਉਸਨੇ ਇੱਕ ਵਾਰ ਪਿਸਤੌਲ ਆਪਣੇ ਹੱਥ ਚੁੱਕਿਆ ਅਤੇ ਰੁਮਾਲ ਨਾਲ ਸਾਫ਼ ਕਰਨ ਲੱਗੀ। ਬਹਿਨ ਜੀ, ਆਪਨੇ ਬਤਲਾਇਆ ਨਹੀਂ, ਅਗਰ ਭੂਖ ਲੱਗੀ ਤੋ ਕਿਚਨ ਮੈਂ ਥਥਲਾਉਂਦਿਆਂ ਜਿਹਾ ਇੰਨਾ ਹੀ ਕਹਿ ਸਕਿਆ। ਬਾਕੀ ਦੇ ਸ਼ਬਦ ਜਿਵੇਂ ਮੂੰਹ ਵਿੱਚ ਹੀ ਕਿਤੇ ਗੁਆਚ ਕੇ ਰਹਿ ਗਏ ਹੋਣ। ਦੇਖੋ, ਤੂੰ ਮੇਰਾ ਪੰਜਾਬੀ ਭਰਾ ਏਂ, ਉਸਨੇ ਬੁਰਕਾ ਉਤਾਰ ਕੇ ਸੋਫੇ ਵਾਲੀ ਕੁਰਸੀ ਉੱਪਰ ਰੱਖਦਿਆਂ ਕਿਹਾ। ਇੱਥੇ ਅਸੀਂ ਇੱਕ ਖਾਸ ਮਿਸ਼ਨ 'ਤੇ ਆਏ ਹਾਂ। ਫਿਰ ਇੱਧਰ ਉੱਧਰ ਚੌਕਸੀ ਜਿਹੀ ਨਾਲ ਵੇਖਦਿਆਂ ਹੌਲੇ ਜਿਹੇ ਆਖਣ ਲੱਗੀ, ਮੇਰੇ ਸਾਥੀ ਮਿਸ਼ਨ 'ਤੇ ਗਏ ਨੇ, ਉਹ ਅੱਧੇ ਕੁ ਘੰਟੇ ਤੱਕ ਆ ਜਾਣਗੇ ਅਤੇ ਫਿਰ ਅਸੀਂ ਚਲੇ ਜਾਵਾਂਗੇ। ਉਸਦੇ ਇੰਨਾ ਦੱਸਣ ਨਾਲ ਮੇਰਾ ਅੱਧਾ ਕੁ ਡਰ ਤਾਂ ਜਾਂਦਾ ਰਿਹਾ, ਖਾਸ ਤੌਰ 'ਤੇ ਉਸਦਾ ਮੈਨੂੰ ਤੂੰ ਮੇਰਾ ਪੰਜਾਬੀ ਭਰਾ ਏਂ ਕਹਿਣ 'ਤੇ ਤਾਂ ਜਿਵੇਂ ਬਿਲਕੁਲ ਹੀ ਪਸੀਜ ਜਿਹਾ ਗਿਆ ਸਾਂ। ਇੱਥੇ ਮੈਨੂੰ ਅਨਵਰ ਨੇ ਭੇਜਿਆ, ਉਹ ਸਾਡਾ ਸਾਥੀ ਹੈ, ਉਸਨੇ ਗੱਲ ਨੂੰ ਸਪਸ਼ਟ ਕਰਦਿਆਂ ਆਖਿਆ। ਹੁਣ ਮੈਨੂੰ ਯਾਦ ਆਇਆ ਕਿ ਅਨਵਰ ਮੇਰਾ ਵਿਦਿਆਰਥੀ ਸੀ। ਪਿਛਲੇ ਵਰ੍ਹੇ ਹੀ ਫੌਜ ਦੀ ਟੁਕੜੀ ਨੇ ਗਸ਼ਤ ਕਰਦਿਆਂ ਗਲਤੀ ਨਾਲ ਉਸਦੇ ਮਾਂ-ਬਾਪ ਨੂੰ ਮਾਰ ਮੁਕਾਇਆ ਸੀ। ਗੱਲ ਇੰਜ ਹੋਈ, ਉਸਦੇ ਮਾਂ-ਪਿਓ ਦੋਵੇਂ ਜਣੇ ਰਿਸ਼ਤੇਦਾਰੀ ਤੋਂ ਆ ਰਹੇ ਸਨ। ਕਵੇਲਾ ਹੋਣ ਕਾਰਨ ਰਾਤ ਕਾਫੀ ਪੈ ਚੁੱਕੀ ਸੀ। ਫੌਜ ਦੀ ਟੁਕੜੀ ਆਪਣੀ ਰੋਜ਼ਾਨਾ ਗਸ਼ਤ 'ਤੇ ਸੀ। ਜਦੋਂ ਉਹ ਟੁਕੜੀ ਦੇ ਸਾਹਮਣੇ ਆਏ ਅਤੇ ਉਹਨਾਂ ਨੂੰ ਰੁਕਣ ਲਈ ਕਿਹਾ ਤਾਂ ਰੁਕਣ ਦੀ ਥਾਂ ਉਹ ਭੱਜ ਖਲੋਤੇ। ਫੌਜ ਨੂੰ ਗੋਲੀ ਚਲਾਉਣੀ ਪਈ ਅਤੇ ਦੋਵੇਂ ਢੇਰ ਹੋ ਗਏ। ਸਵੇਰ ਜਦ ਪਤਾ ਲੱਗਿਆ ਤਾਂ ਫੌਜ ਨੇ ਆਪਣੀ ਗਲਤੀ ਵੀ ਮੰਨ ਲਈ। ਕੰਪਨੀ ਦਾ ਕਮਾਂਡਰ ਖੁਦ ਉਸਦੇ ਘਰ ਗਿਆ। ਉਸਨੇ ਘਰ ਜਾ ਕੇ ਗਲਤੀ ਦਾ ਇਜ਼ਹਾਰ ਕਰਨ ਅਤੇ ਮੁਆਫ਼ੀ ਮੰਗਣ, ਪਰ ਮੁਆਫ਼ੀ ਮੰਗਣ ਨਾਲ ਉਸਦੇ ਮਾਂ-ਬਾਪ ਤਾਂ ਵਾਪਸ ਨਹੀਂ ਸਨ ਆ ਜਾਣੇ। ਕੰਪਨੀ ਕਮਾਂਡਰ ਨੇ ਮੁਆਵਜ਼ਾ ਦੇਣ ਅਤੇ ਅਨਵਰ ਨੂੰ ਫੌਜ ਵਿੱਚ ਭਰਤੀ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ, ਪਰ ਅਨਵਰ ਦੇ ਅੰਦਰ ਤਾਂ ਕੋਈ ਹੋਰ ਹੀ ਚਿਣਗ ਮਘ ਰਹੀ ਸੀ। ਉਸ ਤੋਂ ਪਿੱਛੋਂ ਮੈਂ ਵੇਖਿਆ ਅਨਵਰ ਵਿੱਚ ਹੋਰ ਹੀ ਤਰ੍ਹਾਂ ਦੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪਹਿਲਾਂ ਤਾਂ ਉਹ ਹਮੇਸ਼ਾ ਹੱਸਦਾ ਖੇਡਦਾ ਰਹਿੰਦਾ, ਕਾਲਜ ਦੀਆਂ ਸਾਰੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਬੜੀ ਗੰਭੀਰ ਜਿਹੀ ਕਿਸਮ ਦਾ ਹੁੰਦਾ ਜਾ ਰਿਹਾ ਸੀ ਅਤੇ ਫਿਰ ਉਹ ਕਾਲਜ ਵਿੱਚ ਵੀ ਘੱਟ ਵੱਧ ਹੀ ਦਿਖਾਈ ਦੇਣ ਲੱਗਿਆ। ਅਨਵਰ ਬੇਟੇ, ਤੂੰ ਪੜ੍ਹਾਈ 'ਚ ਚਿੱਤ ਲਾ, ਜੋ ਕੁਦਰਤ ਨੂੰ ਮਨਜ਼ੂਰ ਸੀ ਉਹ ਹੋ ਗਿਆ। ਇੱਕ ਦਿਨ ਕਾਰੀਡੋਰ ਵਿੱਚ ਰੁਕਦਿਆਂ ਮੈਂ ਉਸਨੂੰ ਆਖਿਆ, ਵਾਇਲਦਾਨ ਵਾਲੀ ਗੱਲ ਤੂੰ ਐਕਸੀਡੈਂਟ ਸਮਝ ਕੇ ਭੁਲਾਉਣ ਦੀ ਕੋਸ਼ਿਸ਼ ਕਰ। ਸਰ, ਕਿਵੇਂ ਭੁੱਲ ਜਾਵਾਂ?
ਇਹ ਐਕਸੀਡੈਂਟ ਨਹੀਂ, ਕਤਲ ਸੀ, ਗਿਣੀ ਮਿਸੀ ਸਾਜ਼ਿਸ਼। ਉਸ ਦੇ ਅੰਦਰ ਤਾਂ ਜਿਵੇਂ ਲਾਵਾ ਫੁੱਟ ਰਿਹਾ ਸੀ। ਸਰ, ਤੁਸੀਂ ਪੰਜਾਬੀ ਹੋ, ਸਿੱਖ ਹੋ, ਜੋ ਕੁਝ ਪੰਜਾਬੀਆਂ ਨਾਲ ਹੋਇਆ, ਸਿੱਖਾਂ ਨਾਲ ਹੋਇਆ, ਕੀ ਤੁਸੀਂ ਭੁੱਲ ਜਾਓਗੇ? ਉਸ ਦੀਆਂ ਇਹਨਾਂ ਗੱਲਾਂ ਦਾ ਉੱਤਰ ਮੇਰੇ ਕੋਲ ਬਹੁਤ ਸਨ, ਪਰ ਮੈਂ ਗੱਲ ਨੂੰ ਟਾਲਦਿਆਂ ਕਿਹਾ, ਵਕਤ ਨਾਲ ਵੱਡੇ ਵੱਡੇ ਜ਼ਖਮ ਭਰ ਜਾਂਦੇ ਨੇ। ਪਰ ਮੇਰੀ ਇਹ ਗੱਲ ਸੁਣਨ ਤੋਂ ਪਹਿਲਾਂ ਹੀ ਉਹ ਉੱਥੋਂ ਜਾ ਚੁੱਕਿਆ ਸੀ। ਉਸ ਤੋਂ ਪਿੱਛੋਂ ਫੇਰ ਉਹ ਨਾ ਤਾਂ ਕਦੇ ਕਾਲਜ ਆਇਆ ਅਤੇ ਨਾ ਹੀ ਮੈਨੂੰ ਮਿਲਿਆ। ਇੱਕ ਦੋ ਵਾਰ ਗੁਪਤ ਏਜੰਸੀਆਂ ਵਾਲੇ ਉਸ ਦਾ ਪਤਾ ਕਰਨ ਕਾਲਜ ਵੀ ਆਏ ਅਤੇ ਕਾਲਜ ਮੈਗਜ਼ੀਨ ਵਿੱਚ ਉਸ ਦੀ ਕਵਿਤਾ ਨਾਲ ਛਪੀ ਤਸਵੀਰ ਵੀ ਲੈ ਗਏ ਸਨ। ਹਾਂ ਸੱਚ, ਇੱਕ ਵਾਰ ਉਹਨਾਂ ਮੈਥੋਂ ਵੀ ਪੁੱਛਗਿੱਛ ਕੀਤੀ ਸੀ, ਕਿਉਂ ਜੋ ਕਾਲਜ 'ਚੋਂ ਕਿਸੇ ਨੇ ਉਹਨਾਂ ਨੂੰ ਇਹ ਸੂਚਨਾ ਦਿੱਤੀ ਸੀ ਕਿ ਅਨਵਰ ਸਿੰਘ ਸਰ ਦੇ ਬਹੁਤ ਨੇੜੇ ਸੀ। ਮੈਂ ਉਹਨਾਂ ਨੂੰ ਦੱਸਿਆ, ਭਈ ਅਨਵਰ ਬਹੁਤ ਹੀ ਉਤਸ਼ਾਹੀ, ਭਾਵੁਕ, ਕਲਾਤਮਕ ਰੁਚੀਆਂ ਵਾਲਾ ਵਿਦਿਆਰਥੀ ਸੀ। ਉਸਨੇ ਆਪਣੇ ਪੰਜਾਬੀ ਹੋਣ 'ਤੇ ਬਹੁਤ ਮਾਣ ਸੀ, ਪੰਜਾਬੀ ਦੀ ਕਲਾਸ 'ਚ ਹਮੇਸ਼ਾ ਫਸਟ ਆਉਂਦਾ। ਇਹਨਾਂ ਕਾਰਨਾਂ ਕਰਕੇ ਹੀ ਮੈਂ ਉਸਨੂੰ ਕਾਲਜ ਮੈਗਜ਼ੀਨ ਦੇ ਪੰਜਾਬੀ ਵਿਭਾਗ ਦਾ ਵਿਦਿਆਰਥੀ ਸੰਪਾਦਕ ਵੀ ਬਣਾਇਆ ਹੋਇਆ ਸੀ। ਸਰ, ਮੇਰਾ ਨਾਮ ਸ਼ਬਨਮ ਹੈ ਅਤੇ ਅਨਵਰ ਅਤੇ ਮੇਰਾ ਨਿਕਾਹ ਵੀ ਹੋ ਚੁੱਕਿਆ ਹੈ। ਉਹ ਆਖਣ ਲੱਗੀ, ਭਾਵੇਂ ਉਮਰ 'ਚ ਉਹ ਮੈਥੋਂ ਬਹੁਤ ਛੋਟਾ ਹੈ, ਪਰ ਇੱਕੋ ਹੀ ਮਿਸ਼ਨ 'ਚ ਕੰਮ ਕਰਨ ਵਾਲਿਆਂ 'ਚ ਕਿਸ ਕਿਸਮ ਦੇ ਵਿਤਕਰੇ ਨਹੀਂ ਹੁੰਦੇ। ਫਿਰ ਉਸਨੇ ਪਿਸਤੌਲ ਨੂੰ ਕਵਰ ਵਿੱਚ ਪਾਉਂਦਿਆਂ ਕਹਿਣਾ ਜਾਰੀ ਰੱਖਿਆ, ਉਂਝ ਇਹ ਨਿਕਾਹ ਸਾਡੇ ਏਰੀਆ ਕਮਾਂਡਰ ਦੇ ਹੁਕਮ ਅਨੁਸਾਰ ਹੋਇਆ। ਉਹ ਆਖ ਹੀ ਰਹੀ ਸੀ ਕਿ ਵਾਈਬ੍ਰੇਸ਼ਨ 'ਤੇ ਲੱਗਿਆ ਉਸ ਦਾ ਮੋਬਾਈਲ ਫੋਨ ਚਮਕ ਉੱਠਿਆ। ਮੋਬਾਈਲ ਫੋਨ 'ਤੇ ਮੈਸੇਜ ਪੜ੍ਹ ਕੇ ਉਹਦਾ ਚਿਹਰਾ ਇੱਕਦਮ ਪੀਲਾ ਭੂਕ ਹੋ ਉੱਠਿਆ। ਹੰਝੂਆਂ ਦੀ ਧਾਰ ਉਸ ਦੀਆਂ ਗੱਲ੍ਹਾਂ ਉੱਪਰ ਦੀ ਹੁੰਦੀ ਹੋਈ ਪਿਸਤੌਲ ਉੱਪਰ ਜਾ ਡਿੱਗੀ। ਇਸ ਤੋਂ ਪਹਿਲਾਂ ਕਿ ਮੈਂ ਉਸ ਤੋਂ ਕੁਝ ਪੁੱਛਦਾ, ਉਹ ਇੱਕ ਝਟਕੇ ਨਾਲ ਮੇਰੇ ਕਮਰੇ 'ਚੋਂ ਬਾਹਰ ਨਿਕਲ ਗਈ ਸੀ। ਸਵੇਰੇ ਅਖਬਾਰ ਦੀ ਮੁੱਖ ਸੁਰਖੀ ਸੀ, ਇੱਕ ਮਨੁੱਖੀ ਬੰਬ ਨੇ ਫੌਜ ਦੀ ਸਾਰੀ ਟੁਕੜੀ ਉਡਾ ਦਿੱਤੀ। ਮਨੁੱਖੀ ਬੰਬ ਦੀ ਪਛਾਣ ਅਨਵਰ ਨਾਂ ਦੇ ਵਿਅਕਤੀ ਵਜੋਂ ਕੀਤੀ ਗਈ, ਜਿਹੜਾ ਕਿ ਗੁਆਂਢੀ ਦੇਸ਼ ਤੋਂ ਸਿਖਲਾਈ ਲੈ ਕੇ ਆਇਆ ਸੀ। ਸਤਿ ਸ਼੍ਰੀ ਅਕਾਲ ਜੀ।